ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਹੀ ਬਲਦੇਵ ਸਿੰਘ ਵਿਰਦੀ। ਅੱਜ ਜਿਹੜਾ ਟੌਪਿਕ ਆਪਾਂ ਡਿਸਕਸ ਕਰ ਰਹੇ ਹਾਂ, ਜੋ ਬਹੁਤ ਦੇਰ ਤੋਂ ਵੇਟ ਹੋ ਰਹੀ ਸੀ ਗ੍ਰੈਂਡ ਪੇਰੈਂਟਸ ਦੀ ਜਾਂ ਪੇਰੈਂਟਸ ਨੂੰ ਉਧਰ ਬੁਲਾਉਣ ਦੀ ਕੈਨੇਡਾ ਦੇ ਵਿੱਚ, ਜਿਹਨੂੰ ਕਹਿ ਰਹੇ ਹੈ ਜੀ ਸਪਾਂਸਰ ਯੂਰ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜਿਹੜੇ ਹੈਗੇ ਉਹਨਾਂ ਦੀ ਇੱਕ ਜਿਹੜਾ ਪ੍ਰੋਗਰਾਮ ਹੁੰਦਾ ਹੈ। ਇਹਨਾਂ ਵਿੱਚ ਕੌਣ ਐਲੀਜੀਬਲ ਹੈਗੇ, ਜਿਹੜੇ ਬੱਚੇ ਉੱਥੇ ਸੈਟਲਡ ਹੈਗੇ ਆਲਰੇਡੀ, ਜਿਹੜੇ ਪਰਸਨ ਉੱਥੇ PR ਹੈਗੇ, ਜਿਹੜੇ ਸਟੂਡੈਂਟ ਵੀ ਹੈਗੇ ਮੋਰ ਦੈਨ 18 ਈਅਰ ਤੋਂ ਬਾਅਦ ਉੱਥੇ ਗਏ, ਪੜ੍ਹਾਈ ਕੀਤੀ, ਉਹਨਾਂ ਨੇ PR ਲੈ ਲਈ। ਹੁਣ ਇਹ ਟਾਈਮ ਆ ਗਿਆ ਕਿ ਉਹ ਆਪਣੇ ਪੇਰੈਂਟਸ ਨੂੰ ਸਪਾਂਸਰ ਕਰ ਸਕਦੇ ਆ। ਅਗਰ ਉਹਨਾਂ ਦੀ ਇਨਕਮ ਟੈਕਸ ਰਿਟਰਨਸ ਹੈਗੀ ਹੈ, ਲਾਸਟ 3 ਈਅਰ ਤੋਂ ਟੈਕਸ ਪੇ ਕਰ ਰਹੇ ਹੈ, ਇਨਕਮ ਅੱਛੀ ਹੈਗੀ ਹੈ, ਤਾਂ ਆਪਣੇ ਪੇਰੈਂਟਸ ਨੂੰ ਬੁਲਾਉਣ ਦਾ ਇੱਕ ਬਹੁਤ ਹੀ ਵਧੀਆ ਤੇ ਸੁਨਹਿਰਾ ਮੌਕਾ ਹੈਗਾ। ਸੋ 2020 ਦੇ ਵਿੱਚ ਇਹ ਕਾਫੀ ਲੇਟ ਹੋ ਗਿਆ ਕੋਵਿਡ ਕਰਕੇ, ਬਟ ਫਾਈਨਲੀ ਇਹ ਜਿਹੜਾ ਹੈ ਪ੍ਰੋਗਰਾਮ ਲਾਂਚ ਹੋ ਗਿਆ ਹੈ। ਕੱਲ ਹੀ ਇਹ ਲਾਂਚ ਹੋਇਆ ਰਾਤ ਨੂੰ। ਸੋ ਉਹਦੀ ਆਪਾਂ ਡਿਟੇਲ ਡਿਸਕਸ ਕਰਾਂਗੇ, ਜਿਹਦੇ ਵਿੱਚ ਗ੍ਰੈਂਡ ਪੇਰੈਂਟਸ ਨੂੰ ਵੀ ਆਪਾਂ ਬੁਲਾ ਸਕਦੇ ਹੈਗੇ ਆ, ਪੇਰੈਂਟਸ ਨੂੰ ਵੀ ਪਰਮਾਨੈਂਟ ਰੈਜ਼ੀਡੈਂਸੀ ਲਈ ਬੁਲਾ ਸਕਦੇ ਆ। ਕੈਨੇਡਾ ਦੇ ਵਿੱਚ ਬੱਚੇ ਜਿਹੜੇ ਜ਼ਿਆਦਾ ਨਾਰਮਲੀ ਤਾਂ ਹੀ ਸੈਟਲ ਹੁੰਦੇ ਆ ਕਿ ਇੱਥੇ ਆਪਣੇ ਫਾਦਰ ਮਦਰ ਗ੍ਰੈਂਡ ਮਦਰ ਜਾਂ ਛੋਟੇ ਭਰਾ ਨੂੰ ਵੀ ਬੁਲਾਇਆ ਜਾ ਸਕਦਾ ਹੈ, ਅਗਰ ਉਹ ਡਿਪੈਂਡੈਂਟ ਹੈਗੇ, ਅਗਰ ਉਹ ਪੇਰੈਂਟਸ ਤੇ ਡਿਪੈਂਡੈਂਟ ਹੈਗੇ। ਤੇ ਬਹੁਤ ਹੀ ਵਧੀਆ ਇਹ ਪ੍ਰੋਗਰਾਮ ਰਹਿੰਦਾ ਹੈ। ਇਸੇ ਪ੍ਰੋਗਰਾਮ ਨੂੰ ਦੇਖਦੇ ਹੋਏ ਫੈਮਿਲੀ ਕਿਸ ਤਰ੍ਹਾਂ ਟ੍ਰਾਂਸਫਰ ਕਰਨੀ ਹੈ, ਹਰੇਕ ਬੱਚਾ ਅੱਜ ਕੱਲ੍ਹ ਕੈਨੇਡਾ ਦੀ ਸੈਟਲ ਹੋਣ ਦੀ ਜਿਹੜੀ ਇੱਛਾ ਰੱਖਦਾ ਹੈਗਾ, ਕਿਉਂਕਿ ਬਾਕੀ ਕੰਟਰੀਆਂ ਦੇ ਵਿੱਚ ਆਪਣੇ ਆਪ ਨੂੰ ਸੈਟਲ ਕਰਨਾ ਇੱਕ ਤਾਂ ਪਹਿਲਾ ਚੈਲੰਜ ਰਹਿੰਦਾ ਹੈ, ਫਿਰ ਉਸ ਤੋਂ ਬਾਅਦ ਆਪਣੇ ਪੇਰੈਂਟਸ ਨੂੰ ਬੁਲਾਉਣਾ ਇੱਕ ਬਹੁਤ ਵੱਡਾ ਚੈਲੰਜ ਰਹਿੰਦਾ ਹੈ, ਚਾਹੇ ਉਹ ਆਸਟ੍ਰੇਲੀਆ ਹੈ ਜਾਂ ਕੋਈ ਵੀ ਹੋਰ ਕੰਟਰੀ ਹੈ। ਇਸ ਸਾਰੇ ਫੀਚਰ ਦੇ ਕਰਕੇ ਜਿਹੜੀ ਕੈਨੇਡਾ ਹੈਗੀ ਕੰਟਰੀ ਬਹੁਤ ਹੀ ਜ਼ਿਆਦਾ ਪਪੂਲਰ ਹੈ, ਔਰ ਅੱਜ ਦੀ ਦੇ ਵਿੱਚ ਮੈਕਸਿਮਮ ਬੱਚੇ ਜਿਹੜੇ ਕੈਨੇਡਾ ਵਿੱਚ ਜਾ ਕੇ ਸੈਟਲ ਹੋਣਾ ਕਿਉਂ ਚਾਹੁੰਦੇ ਆ, ਇਸੇ ਕਰਕੇ ਸਾਉਣਾ ਚਾਹੁੰਦੇ ਆ। ਤੇ ਅੱਜ ਇੱਕ ਮੌਕਾ ਜਿਹੜਾ ਹੈਗਾ ਇਹ ਆਪਾਂ ਡਿਸਕਸ ਕਰਾਂਗੇ, ਜਿਹਦੇ ਵਿੱਚ 10,000 ਐਪਲੀਕੇਸ਼ਨਸ ਉਹਨਾਂ ਨੇ ਜਿਹੜੀ ਰੈਂਡਮ ਨਹੀਂ ਪਿਕਅਪ ਕਰਨੀ ਹੈ। ਤਾਂ ਟਾਈਮ ਕੀ ਹੈਗਾ, ਕਿਵੇਂ ਅਪਲਾਈ ਕਰਨਾ, ਉਹ ਸਾਰਾ ਚੀਜ਼ ਆਪਾਂ ਡਿਸਕਸ ਕਰਾਂਗੇ। तो 2020 ਦਾ ਜਿਹੜਾ ਇੰਟਰਸਟ ਟੂ ਸਪਾਂਸਰ ਫਾਰਮ ਉਹ ਆਪਣਾ ਲਾਂਚ ਹੋ ਜਾਏਗਾ 13 ਅਕਤੂਬਰ ਨੂੰ। 13 ਅਕਤੂਬਰ ਨੂੰ ਇਹ ਫਾਰਮ ਜਿਹੜਾ ਆਨਲਾਈਨ ਆਪਾਂ ਫਿਲ ਕਰ ਸਕਦੇ ਹਾਂ। ਜਿਹੜੇ ਪਰਸਨ ਉੱਥੇ ਐਲੀਜੀਬਲ ਹੈਗੇ ਆ ਉਹ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ। ਉਹਦੇ ਲਈ ਫਾਰਮ ਦੀ ਜਿਹੜੀ ਹੈਗੀ ਡੇਟ ਸ਼ੁਰੂ ਹੋ ਜਾਏਗੀ, ਐਂਡ ਇਹ ਫਾਰਮ ਜਿਹੜਾ 3 ਨਵੰਬਰ ਤੱਕ ਆਪਾਂ ਫਿਲ ਕਰ ਸਕਦੇ ਹਾਂ। ਕਿਉਂਕਿ ਪਹਿਲਾਂ ਇਹ ਬਹੁਤ ਹੀ, ਜੇ ਲਾਸਟ ਈਅਰ ਦੀ ਗੱਲ ਕਰੀਏ ਤਾਂ 7 ਮਿੰਟ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਜਿਹੜੀਆਂ ਐਪਲੀਕੇਸ਼ਨਸ ਲੱਗੀਆਂ ਸੀ, ਔਰ ਈਵਨ ਸਰਵਰ ਵੀ ਕ੍ਰੈਸ਼ ਹੋ ਗਏ ਸੀ। ਕਿਸੇ ਨੂੰ ਟਾਈਮ ਨਹੀਂ ਮਿਲਿਆ ਸੀ ਵੀ ਕਿਸ ਤਰ੍ਹਾਂ ਇਹ ਐਪਲੀਕੇਸ਼ਨ ਜਿਹੜੀਆਂ ਫਿਲਅਪ ਕਰੀਏ ਜਾਂ ਕਿਵੇਂ ਕਰੀਏ, ਇੰਨੀ ਜਲਦੀ ਕਿਸ ਤਰ੍ਹਾਂ ਕਰੀਏ, ਪੋਸੀਬਲ ਨਹੀਂ ਹੋ ਪਾਇਆ। ਸੋ ਇਸ ਲਈ ਇਹ ਗਵਰਨਮੈਂਟ ਨੇ ਜਿਹੜਾ ਇਹ ਸਾਰੀ ਚੀਜ਼ਾਂ ਰਿਵਰਸ ਕਰਤੀਆਂ ਹੈ। ਉਸੇ ਹੀ ਜਿਸ ਤਰ੍ਹਾਂ ਪਹਿਲਾਂ ਲੋਟਰੀ ਸਿਸਟਮ ਸੀਗਾ, ਉਹਦੇ ਚੋਂ ਰੈਂਡਮਲੀ ਜਿਹੜੇ 10,000 ਐਪਲੀਕੇਸ਼ਨ ਜਿਹੜੀਆਂ ਪਿਕਅਪ ਹੋਣਗੀਆਂ, ਬਟ ਅਪਲਾਈ ਕਰਨ ਦਾ ਹੁਣ ਕੋਈ ਚੈਲੰਜ ਨਹੀਂ ਹੈਗਾ। ਤਾਂ ਅਪਲਾਈ ਕਰਨ ਲਈ ਅਪਰੋਕਸੀਮੇਟ ਆਪਣੇ ਕੋਲ 3 ਵੀਕ ਹੈਗੇ ਆ। 13 ਅਕਤੂਬਰ ਤੋਂ ਇਹ ਸਾਰੀ ਚੀਜ਼ਾਂ ਸਟਾਰਟ ਹੋ ਜਾਣਗੀਆਂ। ਆਨਲਾਈਨ ਐਪਲੀਕੇਸ਼ਨ ਜਿਹੜੇ ਵੀ ਉੱਥੇ ਸੈਟਲ ਜਿਹੜੇ ਪਰਮਨੈਂਟ ਰੈਜ਼ੀਡੈਂਸ ਹੈ ਉਹ ਐਪਲੀਕੇਸ਼ਨਸ ਲਗਾ ਸਕਦੇ ਹੈਗੇ। ਸੋ ਲਗਾਉਣ ਤੋਂ ਪਹਿਲਾਂ ਕੀ ਕਰਨਾ ਹੈ, ਪ੍ਰੀਪੇਅਰ ਕਰਨਾ ਹੈਗਾ ਸਾਰਾ ਕੁਝ। ਤੁਹਾਡੇ ਕੋਲ ਜਿਹੜੇ ਡਾਕੂਮੈਂਟਸ ਰੈਡੀ ਕਰਕੇ ਰੱਖਣੇ, ਉਹ ਕਿਹੜੇ ਹੈਗੇ ਆ, ਉਹਨਾਂ ਬਾਰੇ ਤੁਸੀਂ ਆ ਸਕਰੀਨ ਜਿਹੜੀ ਦੇਖ ਸਕਦੇ ਆ। ਪ੍ਰੀਪੇਅਰ ਐਵਰੀਥਿੰਗ ਯੂ ਨੀਡ ਟੂ ਫਿਲ ਆਊਟ ਦਾ ਇੰਟਰਸਟ ਟੂ ਸਪਾਂਸਰ ਫਾਰਮ। ਉਹਦੇ ਵਿੱਚ ਸਾਰੀ ਇਹ ਚੈੱਕਲਿਸਟ ਦਿੱਤੀ ਹੈ, ਤੁਸੀਂ ਦੇਖ ਸਕਦੇ ਹੋ ਵੀ ਕਿਹੜੀ ਇਨਫੋਰਮੇਸ਼ਨ ਆਪਾਂ ਉੱਥੇ ਫਿਲਅਪ ਕਰਨੀ ਹੈਗੀ ਹੈ। ਤੁਹਾਡਾ ਸਟੇਟਸ ਪ੍ਰੂਫ ਹੀ ਕੈਨੇਡਾ ਦੇ ਵਿੱਚ ਕਿਹੜਾ ਸਟੇਟਸ ਹੈਗਾ, ਪਾਸਪੋਰਟ ਤੁਹਾਡਾ ਕਾਪੀ ਚਾਹੀਦੀ ਹੈਗੀ ਹੈ, ਐਂਡ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜਿਹਨਾਂ ਨੂੰ ਤੁਸੀਂ ਐਂਟਰ ਕਰਵਾਉਣਾ ਹੈ, ਜਿਨ੍ਹਾਂ ਨੂੰ ਸਪਾਂਸਰ ਕਰ ਸਕਦੇ ਹੋ। ਪੇਰੈਂਟਸ ਨੂੰ ਵੀ ਕਰ ਸਕਦੇ ਹੋ, ਗ੍ਰੈਂਡ ਪੇਰੈਂਟਸ ਨੂੰ ਵੀ ਕਰ ਸਕਦੇ, ਡਿਪੈਂਡਿੰਗ ਔਨ ਯੂਰ ਇਨਕਮ ਦੀ ਵੀ ਗੱਲ ਅੱਗੇ ਕਰਾਂਗੇ, ਕਿੰਨੀ ਇਨਕਮ ਚਾਹੀਦੀ ਹੈਗੀ, ਕੀ ਐਲੀਜੀਬਿਲਿਟੀ ਹੈਗੀ ਹੈ। ਇਸ ਤੋਂ ਇਲਾਵਾ ਤੁਹਾਡਾ ਉੱਥੇ ਫੈਮਿਲੀ ਨੇਮ ਜਿਹੜੇ ਹੈ, ਜਿਸ ਤਰ੍ਹਾਂ ਪਾਸਪੋਰਟ ਹੈ ਉਸੇ ਤਰ੍ਹਾਂ ਹੀ ਆਪਾਂ ਫਿਲਅਪ ਕਰਨਾ ਹੈਗਾ। ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਫਰਸਟ ਨੇਮ ਕੀ ਹੈ, ਲਾਸਟ ਨੇਮ ਕੀ ਹੈ, ਪਾਸਪੋਰਟ ਤੇ ਨੇਮ ਕੀ ਹੈਗਾ। ਇਹਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ, ਨਾ ਆਪਣੀ ਐਪਲੀਕੈਂਟ ਦੀ, ਨਾ ਜਿਨ੍ਹਾਂ ਨੂੰ ਬੁਲਾਉਣਾ ਹੈਗਾ। ਐਂਡ ਸਪੈਸ਼ਲੀ ਡੇਟ ਆਫ ਬਰਥ ਦਾ ਜਿਹੜਾ ਬਹੁਤ ਜ਼ਿਆਦਾ ਖਿਆਲ ਰੱਖਣ ਵਾਲੀ ਗੱਲ ਹੈਗੀ ਹੈ। ਯੋਰ ਡੇਟ ਆਫ ਬਰਥ, ਕੰਟਰੀ, ਕਿੱਥੇ ਤੁਸੀਂ ਰਹਿ ਰਹੇ ਹੋ, ਕਿੱਥੇ ਤੁਸੀਂ ਬੋਰਨ ਹੋਏ, ਤੁਹਾਡਾ ਬਰਥ ਸਰਟੀਫਿਕੇਟ, ਕਿੱਥੇ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੀਆਂ ਕੰਪਲੀਟ ਹੋਣੀਆਂ ਚਾਹੀਦੀਆਂ। ਤੁਹਾਡੀ ਈਮੇਲ ਐਡਰੈਸ, ਜਿੱਥੇ ਕੋਈ ਸਪੈਮ ਮੇਲ ਨਾ ਆਏ, ਤਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਸਪੈਮ ਦੇ ਵਿੱਚ ਨਾ ਅਟਕ ਜਾਣ, ਇਸ ਤਰ੍ਹਾਂ ਦੀ ਜੀਮੇਲ ਜਾਂ ਸਾਰੀਆਂ ਚੀਜ਼ਾਂ ਤੁਸੀਂ ਕ੍ਰੀਏਟ ਕਰਨੀਆਂ ਹੈਗੀਆਂ। ਪੂਰਾ ਜਿਹੜੇ ਡਾਕੂਮੈਂਟਸ ਆਪਣੇ ਰੈਡੀ ਰੱਖੋ, ਸੋ ਦੇ ਕਿ ਫਾਰਮ ਜਿਹੜਾ ਵਨ ਸ਼ਾਟ ਦੇ ਵਿੱਚ ਕੰਪਲੀਟ ਹੋ ਪਾਏ। तो ये सारी होर डिटेल जी है इतों आप देख सकते हैं भी कि चीज़ों की जरूरत पैंती हैगी है। सो इस तो अगे आप चलते हैं इस भी कि आप किहड़े परसन को बुला रहे हैं। एक जोड़े भी डॉकूमेंट्स है सारे आप इलैक्ट्रॉनिक्स कॉपी उन्होंने करनी है, स्कैन करनी, जिसका साइज जो 2 MB तो ज़्यादा नहीं होना चाहिए। तो हम आप अगे डिस्कस करांगे हु इज़ एलिजिबल टू स्पॉन्सर पेरेंट्स एंड ग्रैंड पेरेंट्स। ये भी स्क्रीन पर तुम देख सकते हो भी एटलीस्ट आप 18 साल के होने हैं। ਜਿਹੜਾ ਵੀ ਪਰਸਨ ਉੱਥੇ PR ਹੈ ਮਿਨੀਮਮ 18 ਈਅਰ ਏਜ ਹੋਣੀ ਚਾਹੀਦੀ, ਬਟ ਜਿੰਨੇ ਵੀ ਸਟੂਡੈਂਟ ਸੈਟਲ ਹੋਏ ਮੋਰ ਦੈਨ 18 ਨਹੀਂ ਹੋਣਗੇ, ਜਾਂ ਜਿਹੜੇ ਪਹਿਲਾਂ ਸੈਟਲ ਹੋ ਗਏ ਜਾਂ PR ਹੈਗੇ ਉਹ ਵੀ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ, ਜਿਹਨੇ ਮਿਨੀਮਮ 18 ਸਾਲ ਦੀ ਏਜ ਹੋਣੀ ਚਾਹੀਦੀ, ਕੈਨੇਡਾ 'ਚ ਰਹਿਣ ਵਾਲਾ ਹੋਵੇ, ਸਿਟੀਜ਼ਨ ਹੋਵੇ, ਪਰਮਾਨੈਂਟ ਰੈਜ਼ੀਡੈਂਟ ਹੋਵੇ,
और रजिस्टर्ड पर्सन होने इन कैनेडियन कैनेडा एज ए इंडियन अंडर कैनेडियन इंडियन एक्ट अगर रहेगा तो ये भी पॉसिबल है, ये भी पर्सन अपने बुला सकते हैं। एंड मोस्ट इंपॉर्टेंट जी ਉਹਦੀ ਇਨਕਮ ਹੈਗੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ, ਇਹਦੇ ਵਿੱਚ ਵੀ ਐਲੀਜੀਬਿਲਟੀ ਦਾ ਜਿਹੜਾ ਕ੍ਰਾਈਟੇਰੀਆ ਉਹ ਸਾਰਾ ਆਪਾਂ ਦੇਖ ਸਕਦੇ ਹਾਂ। ਅੱਗੇ ਜਾ ਕੇ ਸਕਰੀਨ ਆਪਾਂ ਤੁਹਾਨੂੰ ਦਿਖਾਣੇ ਆ ਜਿੱਥੇ ਸਾਰੀ ਇਨਕਮ ਵੀ ਕਿੰਨੇ ਪਰਸਨ ਨੂੰ ਆਪਾਂ ਬੁਲਾ ਰਹੇ ਹਾਂ, ਉੱਥੇ ਫੈਮਿਲੀ ਦਾ ਸਾਈਜ਼ ਕੀ ਹੈਗਾ, ਕਿੰਨੇ ਫੈਮਿਲੀਜ਼ ਉੱਥੇ ਤੁਹਾਡੀਆਂ ਹੈਗੀਆਂ, ਹਸਬੈਂਡ ਵਾਈਫ ਹੈ, ਬੱਚਾ ਹੈ, ਕਿੰਨੇ ਨੰਬਰ ਆਫ ਪੀਪਲ ਹੈਗੇ ਐਂਡ ਕਿੰਨਿਆਂ ਨੂੰ ਹੋਰ ਆਪਾਂ ਇਨਵਾਈਟ ਕਰ ਰਹੇ ਹਾਂ। ਸਪੋਜ਼ ਆਪਾਂ ਫਾਦਰ ਨੂੰ ਅਪਲਾਈ ਕਰਵਾ ਫਾਦਰ ਐਂਡ ਮਦਰ ਨੂੰ ਕਰਵਾ ਰਹੇ ਹਾਂ ਤਾਂ ਦੈਨ ਸਪੋਜ਼ 3 ਬੰਦਿਆਂ ਦਾ ਪਹਿਲਾ ਫੈਮਿਲੀ ਸਾਈਜ਼ ਹੈਗਾ ਤਾਂ ਟੋਟਲ 5 ਹੋ ਗਏ, ਤਾਂ 5 ਲਈ ਕਿੰਨੀ ਇਨਕਮ ਚਾਹੀਦੀ ਹੈ ਉਹਦੇ ਅੱਗੇ ਸ਼ੀਟ 'ਚ ਹੋਏਗਾ। ਬਟ 220 ਜਿਹੜੀ 2020 ਦੀ ਜਿਹੜੀ ਇਨਕਮ ਹਜੇ ਇਹਨਾਂ ਨੇ ਅਪਡੇਟ ਨਹੀਂ ਕੀਤੀ, ਉਹ ਬੜੀ ਸੂਨ ਅਪਡੇਟ ਹੋਣ ਵਾਲੀ, ਉਹ ਆਪਾਂ ਸ਼ੇਅਰ ਵੀ ਤੁਹਾਨੂੰ ਕਰਦੇ ਰਹਾਂਗਾ। ਉਹਦੇ ਲਈ ਜਿਹੜਾ ਚੈਨਲ ਹੈ ਸਬਸਕ੍ਰਾਈਬ ਰੱਖੋ और अगे भी शेयर कर दो सो दैट कि जिस पर्सन ने एप्लीकेशन लगानी है आप पूरा प्रोसेस जोड़ा है किस तरह फिलअप करना वो कंप्लीट आप दसिया जाएगा। सो अगे चलते इनकम रिक्वायरमेंट की है, इनकम रिक्वायरमेंट जो चार्ट है थोड़े लिए अगे आप दिखा दें भी किस तरह जी इनकम हैगी वो नैक्सट आएगी। सो इनकम कितनी चाहिए हैगी है पेरेंट्स लिए, ग्रैंड पेरेंट्स लिए आप डिस्कस कर रहे 3, अगर पेरेंट्स बुला रहे 2 या पहला भी कोई पेरेंट्स बुलाए हुए, सपोज पहला पेरेंट फादर एंड मदर बुला रहे हूँ आप फादर इन लॉ एंड मदर इन लॉ बुला रहे हैं, तो टोटल ਜਿਹੜਾ ਹੈਗਾ ਇਨਕਮ ਪਹਿਲਾਂ ਵੀ ਕਿੰਨੇ ਪਰਸਨਸ ਹੈਗੇ ਆ ਫੈਮਿਲੀਜ਼ ਉਹਦੇ ਵਿੱਚ ਹੀ ਇਨਕਲੂਡ ਹੋਣੇ ਆ। ਪਹਿਲਾਂ ਹੁਣ ਤੱਕ ਕਿੰਨੇ ਬੰਦੇ ਨੂੰ ਆਪਾਂ ਸਪਾਂਸਰ ਕਰ ਚੁੱਕੇ ਹਾਂ, ਇਹਦੇ ਵਿੱਚ ਅਗਰ ਤੁਹਾਡੇ ਫਾਦਰ ਐਂਡ ਮਦਰ ਇੱਕ ਛੋਟਾ ਕੋਈ ਭਰਾ ਵੀ ਹੈਗਾ ਜੋ ਡਿਪੈਂਡੈਂਟ ਹੈ ਉਹਨੂੰ ਵੀ ਆਪਾਂ ਇਹਦੇ ਵਿੱਚ ਇਨਕਲੂਡ ਕਰ ਸਕਦੇ ਇਸ ਫੈਮਿਲੀ ਦੇ ਵਿੱਚ। ਤਾਂ ਇੱਕ ਫੈਮਿਲੀ ਸਪਾਂਸਰਸ਼ਿਪ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ ਜਿਸ 'ਚ ਅਸੀਂ ਇੰਟਾਇਰ ਫੈਮਿਲੀ ਜਿਹੜੇ ਉਧਰ ਟ੍ਰਾਂਸਫਰ ਕਰ ਸਕਦੇ। ਇਨਕਮ ਪ੍ਰੂਫ ਆਪਾਂ ਸਾਰੇ ਲਗਾਣੇ ਹੈਗੇ ਆ, ਸੋ ਸਾਰੀਆਂ ਚੀਜ਼ਾਂ ਪ੍ਰਿਪੇਅਰ ਕਰਕੇ ਫਾਰਮ ਫਿਲਅਪ ਕਰ ਸਕਦੇ ਹਾਂ। ਇਨਵੀਟੇਸ਼ਨ ਜਿਹੜਾ ਹੈਗਾ ਇਸ ਤੋਂ ਬਾਅਦ ਸਾਰੀ ਜਦੋਂ ਪ੍ਰਿਪੇਅਰ ਹੋ ਜਾਏਗਾ 3 ਨਵੰਬਰ ਤੱਕ ਸਾਰੀ ਐਪਲੀਕੇਸ਼ਨ ਐਕਸੈਪਟ ਹੋਣਗੀਆਂ। ਦੈਨ ਰੈਂਡਮਲੀ ਬੇਸ ਤੇ ਪਿਕ ਐਂਡ ਚੂਜ਼ ਦੇ ਬੇਸ ਤੇ ਜਿਸ ਤਰ੍ਹਾਂ ਵੀ ਐਲੀਜੀਬਿਲਿਟੀ ਸਾਰੀਆਂ ਦੇਖਦੇ ਹੋਏ ਡੁਪਲੀਕੇਟ ਜਿਹੜੀਆਂ ਫਾਰਮਸ ਪਹਿਲਾਂ ਉਹਨਾਂ ਨੇ ਡਿਲੀਟ ਕਰ ਦੇਣੇ, ਸਾਰੀ ਚੀਜ਼ਾਂ ਸਿਸਟਮੈਟਿਕਲੀ ਜਿਹੜੀਆਂ ਐਪਲੀਕੇਸ਼ਨ ਐਲੀਜੀਬਲ ਹੋਣਗੀਆਂ ਮੀਨਸ ਜਿਹੜੀਆਂ ਕੰਪਲੀਟ ਹੋਣਗੀਆਂ, ਇਨਕੰਪਲੀਟ ਨਹੀਂ ਹੋਣਗੀਆਂ, ਇਨਕੰਪਲੀਟ ਕੰਸੀਡਰ ਨਹੀਂ ਕਰਨੀਆਂ। ਮੀਨਸ ਤੁਹਾਡਾ ਜਿਹੜਾ ਸਭ ਤੋਂ ਜ਼ਿਆਦਾ ਪਹਿਲਾ ਪ੍ਰਾਇੋਰਟੀ ਰਹੇਗੀ ਕਿ ਆਪਣੀ ਜਿਹੜੀ ਐਪਲੀਕੇਸ਼ਨ ਆਪਾਂ ਸਬਮਿਟ ਕਰ ਰਹੇ ਹਾਂ ਦੈਟ ਇਜ਼ ਕੰਪਲੀਟ ਐਂਡ ਐਕੂਰੇਟ। ਜੋ ਵੀ ਇਨਫੋਰਮੇਸ਼ਨ ਅਸੀਂ ਦੇ ਰਹੇ ਹਾਂ, ਕਿੱਥੇ ਰਹਿ ਰਹੇ, ਕੀ ਕਰ ਰਹੇ ਹੋ, ਸਾਰੀ ਇਨਫੋਰਮੇਸ਼ਨ ਕਰੈਕਟ ਹੋਣੀ ਚਾਹੀਦੀ ਹੈ ਕਿਉਂਕਿ ਨੈਕਸਟ ਜਿਹੜੇ ਸੈਕੰਡ ਲੋਟ ਦੇ ਵਿੱਚ ਉਹਨਾਂ ਨੇ ਕੀ ਮੰਗਣਾ, ਸਾਰੇ ਡਾਕੂਮੈਂਟਸ ਮੰਗੇ ਜਾਣੇ, ਉਸ ਡਾਕੂਮੈਂਟ ਨੂੰ ਆਪਾਂ ਐਵੀਡੈਂਸ ਕਰਨਾ ਹੈ ਵੀ ਯੈਸ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਉਹ ਕਰੈਕਟ ਸੀ। ਕਿਉਂਕਿ ਇਨਫੋਰਮੇਸ਼ਨ ਅਗਰ ਮੈਚ ਨਹੀਂ ਕਰੇਗੀ ਤਾਂ ਆਪਣਾ ਜਿਹੜਾ ਉੱਥੋਂ ਰਿਜੈਕਸ਼ਨ ਲੈਵਲ ਬਹੁਤ ਜ਼ਿਆਦਾ ਹੋ ਸਕਦਾ। ਡਜ਼ਨਟ ਮੀਨ ਕਿ ਇੱਥੋਂ ਇਨਵੀਟੇਸ਼ਨ ਆ ਗਿਆ ਤਾਂ ਆਪਾਂ ਫਾਈਨਲ ਜਿਹੜਾ ਉਹਦਾ ਅਪਰੂਵਲ ਲੈ ਲਾਂਗੇ। ਜਿਹੜੀ ਇਨਵੀਟੇਸ਼ਨ ਆਣੀ ਹੈ ਸਾਰੇ ਡਾਕੂਮੈਂਟ ਜਿਹੜੀ ਇਨਫੋਰਮੇਸ਼ਨ ਦਿੱਤੀ ਉਹਦੇ ਅਕੋਰਡਿੰਗਲੀ ਆਣੀ ਹੈ, ਦੈਨ ਜਿਹੜੇ ਡਾਕੂਮੈਂਟਸ ਆਣੇ ਉਹਦੇ ਅਕੋਰਡਿੰਗਲੀ ਆਪਾਂ ਨੂੰ ਸਾਰੀ ਫਾਈਨਲ ਜਿਹੜੀ ਹੈ ਅਪਰੂਵਲਸ ਮਿਲਣੀ ਹੈਗੀ ਹੈ। ਸੋ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ ਕਿ ਕੀ ਹੋਰ ਹੈ ਵੀ ਸਬਮਿਟ ਕਰਤਾ ਆਪਾਂ, ਇਨਵੀਟੇਸ਼ਨ ਵਾਂਸ ਆ ਗਿਆ ਐਂਡ ਲਾਸਟ ਜਿਹੜਾ ਰਹੇਗਾ ਵੀ ਸਾਡੇ ਕੋਲ ਜਿਹੜੇ ਡਾਕੂਮੈਂਟਸ ਅਸੀਂ ਅਪਲੋਡ ਕਰਨੇ ਹੈਗੇ ਵੀ ਕੋਈ ਇਨਕਮ ਦਾ ਪ੍ਰੂਫ ਹੋ ਗਿਆ, ਸਾਰੀਆਂ ਚੀਜ਼ਾਂ ਦੇ ਪ੍ਰੂਫ ਜਿਹੜੇ ਅਸੀਂ ਦੇਣੇ ਹੈਗੇ ਐਂਡ ਫਾਈਨਲ ਅਪਰੂਵਲ ਉਸ ਤੋਂ ਬਾਅਦ ਆਈ ਜਾਏਗੀ। ਐਂਡ ਕੁਛ ਇਹ 'ਚ ਫੀਸ ਵੀ ਲੱਗੇਗੀ, ਡੈਫੀਨਿਟਲੀ ਇਹ 'ਚ ਫੀਸ ਹੈਗੀ, ਫੀਸ ਦਾ ਸਟਰਕਚਰ ਰਹਿੰਦਾ ਹੈ $1050 ਜਿਹੜੀ ਫੀਸ ਇਹਦੀ ਰਹਿੰਦੀ ਹੈਗੀ ਹੈ। ਬਾਇਓਮੈਟ੍ਰਿਕ ਚਾਰजेस ਰਹਿੰਦੇ ਹੈਗੇ ਉਹ ਸਾਰੇ ਜਿਸ ਤਰ੍ਹਾਂ ਆਪਾਂ ਬਾਕੀ ਫਾਈਲਸ ਲਗਾਉਂਦੇ ਹੈਗੇ PR ਦੀਆਂ ਉਸੇ ਦਾ ਸੇਮ ਜਿਹੜੀ ਹੈਗੀ ਐਪਲੀਕੇਸ਼ਨ ਫੀਸ ਰਹਿੰਦੀ, ਸਾਰਾ ਪ੍ਰੋਸੈਸ ਰਹਿੰਦਾ ਹੈ। ਤੇ ਇੱਕ ਬੜੀ ਵੱਡੀ ਅਪਰਚੁਨਿਟੀ ਹੈਗੀ ਆਪਣੇ ਪੇਰੈਂਟਸ ਨੂੰ ਬੁਲਾਉਣ ਲਈ, ਗ੍ਰੈਂਡ ਪੇਰੈਂਟਸ ਨੂੰ ਬੁਲਾਉਣ ਲਈ, ਫਾਦਰ ਇਨ ਲਾਅ, ਮਦਰ ਇਨ ਲਾਅ ਜਾਂ ਡਿਪੈਂਡੈਂਟ ਜੇ ਅਗਰ ਤੁਹਾਡੇ ਭੈਣ ਭਰਾ ਹੈਗੇ ਆ ਉਹਨਾਂ ਨੂੰ ਵੀ ਤੁਸੀਂ ਬੁਲਾ ਸਕਦੇ ਹੋ। ਬਹੁਤ ਹੀ ਵਧੀਆ ਪ੍ਰੋਗਰਾਮ ਹੈਗਾ ਐਂਡ ਸਭ ਤੋਂ ਗੁੱਡ ਨਿਊਜ਼ ਇਹ ਹੈਗੀ ਹੈ ਵੀ ਯੈਸ ਇਹ ਪ੍ਰੋਗਰਾਮ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਫਸਟ ਇਨ ਫਸਟ ਕੰਮ ਵਾਲੀ ਆਪਸ਼ਨ ਨਹੀਂ ਹੈਗੀ। ਆਰਾਮ ਨਾਲ ਐਪਲੀਕੇਸ਼ਨਸ ਆਪਾਂ ਫਿਲਅਪ ਕਰ ਸਕਦੇ ਹਾਂ, ਸਫੀਸ਼ੀਐਂਟ ਟਾਈਮ ਦਿੱਤਾ ਹੈ ਗਵਰਨਮੈਂਟ ਨੇ। ਐਂਡ ਮੇਨ ਪੁਆਇੰਟ ਜਿਹੜਾ ਇਨਕਮ 'ਚ ਵੀ ਰਿਲੈਕਸੇਸ਼ਨ ਦਿੱਤੀ ਹੈ ਬਿਕੋਜ਼ ਕੋਵਿਡ ਨੂੰ ਦੇਖਦੇ ਹੋਏ ਇਨਕਮ ਵੀ ਜਿਹੜੀ ਵਧਾਈ ਨਹੀਂ ਗਈ ਜਾਂ ਜਿਹੜਾ ਮਾਰਜਨ ਸੀਗਾ ਉਹ ਉੱਤੇ ਵੀ ਹਜੇ ਕੋਈ ਜ਼ਿਆਦਾ ਨਹੀਂ ਇਨਕਰੀਜ਼ ਕੀਤਾ ਗਿਆ। ਤਾਂ ਸਾਰੀਆਂ ਚੀਜ਼ਾਂ ਬੜੀਆਂ ਪੋਜ਼ਿਟਿਵ ਹੈਗੀਆਂ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਜਿਹੜੇ ਸਾਰੀਆਂ ਚੀਜ਼ਾਂ ਨੂੰ ਹੌਲੀ ਹੌਲੀ ਕਰਕੇ ओपन भी करने की कोशिश कर रहे हैं, रिलैक्स भी करने की कोशिश कर रहे हैं, प्रोसेस चेंज करने की भी कोशिश कर रहे हैं। सो तुम देख सकते हो कैनेडा नूं भी इमीग्रेंट्स की जरूरत है, आने वाले टाइम भी रहेगी, पहला भी रही है। सो डीमोटिवेट होने की जरूरत नहीं हैगी चाहे पीरियड किस तरह की भी चल रहा है। सो कैनेडा जाने का सुपना थोड़ा साकार हो सकता है, स्पैशली अगर पेरेंट्स है ग्रैंड पेरेंट्स है तो लिए एक बहुत बड़ी अपॉर्चुनिटी है। इन्हू प्रॉपरली आप फाइल करना है एंड नैक्सट वीडियो के पूरी तरह स्टैप बाय स्टैप किहड़े फॉर्म आप अप्लाई करने हैं, किस तरह फिलअप करने, वो सारी चीज़ा अब तुहानूं पूरी तरह पेश की जाएंगी। तो थैंक यू वेरी मच, शेयर करते रहो एंड सबसक्राइब करो सो दैट कि नैक्सट वीडियोज़ तुहानूं मिलदियां रहन। थैंक यू।